गुड मॉर्निंग डियर स्टूडेंट्स, किमें हो सारे ठीक ठाक। चलो अपना नेक्स्ट टॉपिक है ऑपरेशंस ऑफ सेट्स। फर्स्ट किहड़ा कॉम्प्लीमेंट ऑफ अ सेट की बोलता है इफ ऑल द एलिमेंट ऑफ ए आर एक्सक्लूडेड फ्रॉम द यूनिवर्सल सेट then it is known as complement set. It is denoted by a complement ਜਾਂ ਫਿਰ a dash। ठीक है जी। ਕੰਪਲੀਮੈਂਟ ਸੈੱਟ ਨੂੰ ਆਪਾਂ ਕਿੱਦਾਂ ਫਾਈਂਡ ਕਰੀਦਾ, ਜਿੱਦਾਂ ਹੁਣ ਉਹਨਾਂ ਨੇ ਲਿਖਿਆ ਕਿ ਸੈੱਟ ਏ ਦਾ ਕੰਪਲੀਮੈਂਟ ਫਾਈਂਡ ਕਰੋ, ਤਾਂ ਫਿਰ ਕੀ ਲਿਖਾਂਗੇ, ਉਹਦੀ ਪਾਸ ਦੇ ਵਿੱਚ ਸੀ ਪਾ ਦਾਂਗੇ ਜਾਂ ਫਿਰ ਲਿਖ ਦਾਂਗੇ ਏ ਡੈਸ਼। ਇਟ ਮੀਨਸ ਕਹਿਣਾ ਕੀ ਚਾਹਿਆ ਉਹਨੇ ਕਿ ਏ ਕੰਪਲੀਮੈਂਟ ਕਿਹਦੇ ਇਕੁਅਲ ਹੋ ਗਿਆ, ਏ ਡੈਸ਼ ਦੇ। ਦੋਨੋਂ ਸੇਮ ਚੀਜ਼ ਆ, ਜਾਂ ਤੁਸੀਂ ਕੰਪਲੀਮੈਂਟ ਪਾ ਦਿਓ ਉੱਤੇ ਜਾਂ ਫਿਰ ਤੁਸੀਂ ਡੈਸ਼ ਦਾ ਸਾਈਨ ਪਾ ਦਿਓ ਉੱਤੇ। ਠੀਕ ਹੈ ਜੀ, ਬਣਨਾ ਕੀ ਉਹ ਕੰਪਲੀਮੈਂਟ ਸੈੱਟ ਹੀ। ਠੀਕ ਆ। ਹੁਣ ਦੇਖੋ ਨੇ ਪੂਰੀ ਡੈਫੀਨੇਸ਼ਨ 'ਚ ਕਹਿਣਾ ਕੀ ਚਾਹਿਆ ਕਿ ਤੁਹਾਡੇ ਕੋਲ ਕੋਈ ਵੀ ਯੂਨੀਵਰਸਲ ਸੈੱਟ ਗਿਵਨ ਹੋਏਗਾ, ਉਹਦੇ ਵਿੱਚ ਤੁਸੀਂ ਏ ਸੈੱਟ ਨੂੰ ਮਾਈਨਸ ਕਰਨਾ ਆ। ਠੀਕ ਆ ਜੀ, ਮਤਲਬ ਕੀ ਹੋਏਗਾ ਕਿ ਤੁਹਾਨੂੰ ਕੋਈ ਵੀ ਇੱਕ ਯੂਨੀਵਰਸਲ ਸੈੱਟ ਦਿੱਤਾ ਹੋਏਗਾ, ਇੱਕ ਸੈੱਟ ਏ ਦਿੱਤਾ ਹੋਏਗਾ, ਉਹਨਾਂ ਨੇ ਬੋਲਣਾ ਹੈ ਕਿ ਕੰਪਲੀਮੈਂਟ ਫਾਈਂਡ ਕਰੋ ਸੈੱਟ ਏ ਦਾ। ਕਿੱਦਾਂ ਫਾਈਂਡ ਕਰੋਗੇ ਤੁਸੀਂ, ਪੂਰੇ ਯੂਨੀਵਰਸਲ ਸੈੱਟ ਦੇ ਵਿੱਚੋਂ ਏ ਸੈੱਟ ਨੂੰ ਮਾਈਨਸ ਕਰ ਦਿਓ, ਫਿਰ ਜੋ ਐਲੀਮੈਂਟ ਬਚ ਗਿਆ ਉਹਨੂੰ ਕੀ ਲਿਖਦੇ ਹਾਂ ਆਪਾਂ, ਕੰਪਲੀਮੈਂਟ ਆਫ ਏ ਸੈੱਟ। ਠੀਕ ਆ ਜੀ, ਫੋਰ ਐਗਜ਼ਾਮਪਲ ਦੇ ਥਰੂ ਸਮਝਦੇ ਹਾਂ ਆਪਾਂ। ਹੁਣ ਦੇਖੋ ਆਪਣੇ ਕੋਲ ਯੂਨੀਵਰਸਲ ਯੂ ਸੈੱਟ ਗਿਵਨ ਆ, ਠੀਕ ਹੈ ਜੀ, ਔਰ ਏ ਸੈੱਟ ਕਿਹੜਾ ਗਿਵਨ ਆ 1 2 3। ਯੂਨੀਵਰਸਲ ਕਿਹੜਾ ਗਿਵਨ ਆ 1 2 3 4 5, ਔਰ ਏ ਸੈੱਟ ਦੇ ਵਿੱਚ ਕਿਹੜੇ ਐਲੀਮੈਂਟ ਆ 1 2 3। ਉਹਨਾਂ ਨੇ ਕੀ ਬੋਲਿਆ ਕਿ ਫਾਈਂਡ ਦਾ ਕੰਪਲੀਮੈਂਟ ਆਫ ਏ ਸੈੱਟ। ਠੀਕ ਹੈ ਜੀ, ਤਾਂ ਫਾਈਂਡ ਕਿੱਦਾਂ ਹੋਣਾ ਆ, ਦੇਖੋ ਯੂ ਮਾਈਨਸ ਏ, ਉਹਨੇ ਐਕਸਕਲੂਡਡ ਬੋਲਿਆ ਨਾ, ਏ ਸੈੱਟ ਐਕਸਕਲੂਡਡ ਫਰੋਮ ਦਾ ਯੂਨੀਵਰਸਲ ਸੈੱਟ। ਇਟ ਮੀਨਸ ਕੀ ਹੋ ਗਿਆ ਕਿ ਯੂਨੀਵਰਸਲ ਸੈੱਟ ਦੇ ਵਿੱਚੋਂ ਤੁਸੀਂ ਏ ਸੈੱਟ ਨੂੰ ਮਾਈਨਸ ਕਰਨਾ ਆ। ਯੂ ਮਾਈਨਸ ਏ ਕਿੱਦਾਂ ਲਿਖ ਦਾਂਗੇ 1 2 3, ਯੂ ਸੈੱਟ ਨੂੰ ਪਹਿਲਾਂ ਲਿਖ ਦਿਓ, ਠੀਕ ਆ ਜੀ, ਫਿਰ ਮਾਈਨਸ ਪਾ ਕੇ ਏ ਸੈੱਟ ਨੂੰ ਲਿਖ ਦਿਓ। ਠੀਕ ਆ। ਹੁਣ ਦੇਖੋ ਇਹਦੇ ਵਿੱਚੋਂ ਮਾਈਨਸ ਕਰੋ, ਦੇਖੋ ਹੁਣ ਮਾਈਨਸ ਇਟ ਮੀਨਸ ਤੁਸੀਂ ਉਹ ਵਾਲੀ ਸੇਮ ਚੀਜ਼ ਨਹੀਂ ਲਿਖਣੀ ਜੋ ਇਹਦੇ ਵਿੱਚ ਗਿਵਨ ਆ। ਹੁਣ ਦੇਖੋ ਇੱਧਰ ਕੀ ਗਿਵਨ ਆ 1 2 3 ਗਿਵਨ ਆ, ਔਰ ਇੱਧਰ ਵੀ ਕੀ ਗਿਵਨ ਆ 1 2 3। ਇਟ ਮੀਨਸ ਮੈਂ ਯੂ ਸੈੱਟ ਦੇ ਵਿੱਚੋਂ ਏ ਸੈੱਟ ਨੂੰ ਮਾਈਨਸ ਕਰਨ ਲੱਗੀ ਹਾਂ, ਤਾਂ ਏ ਸੈੱਟ 'ਚ ਕਿਹੜੇ ਐਲੀਮੈਂਟਸ ਆ 1 2 3। ਯੂ ਸੈੱਟ 'ਚੋਂ ਫਿਰ ਕਿਹੜੇ ਐਲੀਮੈਂਟਸ ਮਾਈਨਸ ਹੋਣਗੇ 1 2 3, ਬਚ ਕਿਹੜਾ ਗਿਆ 4 5। ਤਾਂ ਮੇਰਾ ਕੰਪਲੀਮੈਂਟ ਆਫ ਏ ਸੈੱਟ ਕੀ ਆ ਗਿਆ 4 5। ਲੱਗੀ ਸਮਝ। ਫੋਰ ਐਗਜ਼ਾਮਪਲ ਇੱਕ ਹੋਰ ਦੇਖ ਲੈਂਦੇ ਹਾਂ, ਯੂ ਸੈੱਟ ਐਜ਼ ਇਟ ਇਜ਼ ਗਿਵਨ ਰੱਖਿਆ ਹੋਇਆ, ਆਪਾਂ ਬੀ ਸੈੱਟ ਉਹ ਲੈਂਦੇ ਹਾਂ। ਅਗੇਨ ਦੇਖੋ ਆਪਣੇ ਕੋਲ ਯੂ ਸੈੱਟ ਗਿਵਨ ਆ, ਬੀ ਸੈੱਟ ਗਿਵਨ ਆ, ਫਾਈਂਡ ਕੀ ਕਰਨਾ ਮੈਂ, ਕੰਪਲੀਮੈਂਟ ਆਫ ਬੀ ਸੈੱਟ। ਠੀਕ ਹੈ ਜੀ, ਤਾਂ ਇਹਦਾ ਮਤਲਬ ਕੀ ਹੋ ਗਿਆ, ਅਗੇਨ ਯੂਨੀਵਰਸਲ ਸੈੱਟ 'ਚੋਂ ਮੈਂ ਬੀ ਸੈੱਟ ਨੂੰ ਮਾਈਨਸ ਕਰੂੰਗੀ ਤਾਂ ਜੋ ਮੇਰੇ ਕੋਲ ਕੰਪਲੀਮੈਂਟ ਆਫ ਬੀ ਸੈੱਟ ਆ ਜਾਏ। ਤਾਂ ਕੀ ਲਿਖਾਂਗੇ ਯੂ ਮਾਈਨਸ ਬੀ। ਠੀਕ ਹੈ ਜੀ, ਬਿਕੋਜ਼ ਹੁਣ ਏ ਦੀ ਜਗ੍ਹਾ 'ਤੇ ਆਪਾਂ ਨੂੰ ਬੀ ਸੈੱਟ ਗਿਵਨ ਆ, ਤਾਂ ਯੂ ਦੇ ਵਿੱਚ ਕਿਹੜੇ ਐਲੀਮੈਂਟ ਆ 1 2 3 4 5 ਮਾਈਨਸ ਦੈਨ ਬੀ ਦੇ ਵਿੱਚ ਕਿਹੜੇ ਗਿਵਨ ਆ 3 4 5। ਹੁਣ ਦੇਖੋ ਕੰਪਲੀਮੈਂਟ ਸੈੱਟ ਨੇ ਬੋਲਿਆ ਕਿ ਸੀ ਕਿ ਯੂ ਦੇ ਵਿੱਚੋਂ ਤੁਸੀਂ ਬੀ ਦੇ ਸੈੱਟ ਦੇ ਐਲੀਮੈਂਟਸ ਨੂੰ ਸਾਰਿਆਂ ਨੂੰ ਮਾਈਨਸ ਕਰਨਾ, ਮਤਲਬ ਹਟਾ ਦੇਣਾ ਆ। ਅਗਰ ਬੀ ਦੇ ਸੈੱਟ ਕਿਹੜੇ 3 4 5, ਤਾਂ ਮੈਂ ਇਸ ਵਿੱਚੋਂ 3 4 5 ਐਲੀਮੈਂਟਸ ਨੂੰ ਹਟਾਤਾ, ਮੇਰੇ ਕੋਲ ਬਚ ਕਿਹੜੇ ਗਏ 1 2। ਠੀਕ ਹੈ ਜੀ, ਤਾਂ ਮੇਰੇ ਕੋਲ ਕੀ ਆ ਗਿਆ, ਕੰਪਲੀਮੈਂਟ ਆਫ ਬੀ ਸੈੱਟ ਕਿੰਨਾ ਆ ਗਿਆ 1 2 ਐਲੀਮੈਂਟ। ਠੀਕ ਆ। ਹਾਂਜੀ, ਹੁਣ ਦੇਖੋ ਕੰਪਲੀਮੈਂਟ ਆਫ ਏ ਸੈੱਟ ਨੂੰ ਲਿਖੀਦਾ ਕਿੱਦਾਂ ਆ, ਏ ਕੰਪਲੀਮੈਂਟ। ਠੀਕ ਹੈ ਜੀ, ਦੈਨ ਬੀ ਵਾਲੇ ਨੂੰ ਕਿੱਦਾਂ ਲਿਖਾਂਗੇ, ਬੀ ਕੰਪਲੀਮੈਂਟ ਜਾਂ ਫਿਰ ਏ ਡੈਸ਼ ਜਾਂ ਫਿਰ ਬੀ ਡੈਸ਼। ਠੀਕ ਹੈ ਜੀ, ਹੁਣ ਸੇਮ ਦੇਖੋ, ਹੁਣ ਇੱਥੇ ਆ ਜਾਓ ਏ ਇੰਟਰਸੈਕਸ਼ਨ ਬੀ, ਇਹਨਾਂ ਦੇ ਕੰਪਲੀਮੈਂਟ ਨੂੰ ਕਿੱਦਾਂ ਲਿਖੀਦਾ, ਔਰ ਇਹ ਤੁਹਾਨੂੰ ਯਾਦ ਵੀ ਰੱਖਣਾ ਪੈਣਾ ਆ। ਦੇਖੋ ਏ ਇੰਟਰਸੈਕਸ਼ਨ ਆ, ਇੱਧਰ ਕੀ ਬਣ ਜਾਣਾ ਉਹਨੇ ਯੂਨੀਅਨ। ਠੀਕ ਹੈ ਜੀ, ਔਰ ਯੂਨੀਅਨ ਦੀ ਜਗ੍ਹਾ 'ਤੇ ਕੀ ਸ਼ਿਫਟ ਹੋਣਾ ਇੰਟਰਸੈਕਸ਼ਨ। ਆਹ ਦੋਨੋਂ ਥੋੜ੍ਹੇ ਧਿਆਨ ਨਾਲ ਦੇਖਿਓ। ਹੁਣ ਦੇਖੋ ਅਗਰ ਮੈਂ ਇੱਥੇ ਲਿਖਣ ਲੱਗੀ ਹਾਂ, ਮੈਂ ਪਹਿਲਾਂ ਇੰਟਰਸੈਕਸ਼ਨ ਦਾ ਪ੍ਰੋਪਰਲੀ ਯੂਨੀਅਨ ਕਰਦੀ ਹੈ, ਏ ਇੰਟਰਸੈਕਸ਼ਨ ਬੀ ਦਾ ਹੋਲ ਕੰਪਲੀਮੈਂਟ। ਠੀਕ ਹੈ ਜੀ, ਇਹਨੂੰ ਲਿਖ ਕਿੱਦਾਂ ਹੋਣਾ ਆ, ਏ ਕੰਪਲੀਮੈਂਟ ਇਕੱਲਾ ਇਕੱਲਾ ਕਰ ਦੇਣਾ ਅੰਦਰ ਜਾ ਕੇ, ਬੀ ਕੰਪਲੀਮੈਂਟ। ਬਟ ਜਿਹੜਾ ਇੱਥੇ ਇੰਟਰਸੈਕਸ਼ਨ ਦਾ ਸਾਈਨ ਆ ਉਹਨੇ ਇੱਥੇ ਕੀ ਬਣ ਜਾਣਾ ਯੂ ਦਾ ਸਾਈਨ, ਇਟ ਮੀਨਸ ਯੂਨੀਅਨ ਦਾ ਸਾਈਨ। ਠੀਕ ਹੈ ਜੀ, ਹੁਣ ਦੇਖੋ ਇੱਥੇ ਆ ਏ ਯੂਨੀਅਨ ਬੀ ਦਾ ਹੋਲ ਇੰਟਰਸੈਕਸ਼ਨ, ਜਾਂ ਤੁਸੀਂ ਇੱਥੇ ਸੀ ਸੀ ਪਾ ਲਓ ਜਾਂ ਫਿਰ ਡੈਸ਼ ਡੈਸ਼ ਪਾ ਲਓ, ਸੇਮ ਚੀਜ਼ ਆ, ਇੰਟਰਸੈਕਸ਼ਨ ਹੀ ਹੋਣਾ। ਇੱਧਰ ਵੀ ਕਰ ਦੂੰਗੇ ਤੁਸੀਂ ਅੰਦਰ ਜਾ ਕੇ ਏ ਇੰਟਰਸੈਕਸ਼ਨ ਬੀ ਇੰਟਰਸੈਕਸ਼ਨ। ਠੀਕ ਹੈ ਜੀ, ਬਟ ਯੂਨੀਅਨ ਦਾ ਸਾਈਨ ਹੈ ਨਾ, ਇੱਥੇ ਯੂਨੀਅਨ ਦਾ ਸਾਈਨ ਆ, ਅੰਦਰ ਜਾ ਕੇ ਉਹਨੇ ਕਿਹ 'ਚ ਕਨਵਰਟ ਹੋ ਜਾਣਾ ਇੰਟਰਸੈਕਸ਼ਨ ਦੇ ਸਾਈਨ 'ਚ, ਮਤਲਬ ਉਲਟਾ ਯੂ।
ठीक आ। हुण आपां अगे नैक्सट टॉपिक फिर देखते हैं। फस्ट ऑफ ऑल हुण इन्ना तो देख लिया आपां, ए दा यूनीअन फाइंड कर लिया, बी दा यूनीअन फाइंड कर लिया। हुण वो कह रहा कि किसी सैट का 2 बार भी यूनीअन हो सकता। इट मीनस क्या कि एक सैट तो ऑलरेडी यूनीअन आ, हुण मैं बोलदा कि ओहदा भी अगे यूनीअन कर दो, किद्दां बनेगा? देखो मेरे को ए सैट का यूनीअन आ पिया होया, सॉल्व किया होया, ठीक है जी। हुण वो अपन बोल देवे कि एदा भी अगे यूनीअन कर दो। ए सैट का यूनीअन सी, अगे मैं ओहदा भी यूनीअन करता। एग्जाम्पल फस्ट ते आ जाओ, एग्जाम्पल फस्ट नूं देखदे हां। हुण उन्हें की कहा कि ए सैट का यूनीअन करो। ए सैट का यूनीअन मेरे तो कितना आया सीगा 4 5। आप लिख लेने इत्थे फ्रॉम एग्जाम्पल 1 तो आप लिया टॉपिक, ठीक है जी। हुण मेरे को इत्थे यूनीअन कितना, ए यूनीअन सैट कितना पिया 4 5। इट मीनस मैं की लिख दूँगी 4 5 लिखता, बट अगे उन्हें की बोलिया कि एदा भी यूनीअन, इस सैट का भी यूनीअन, ठीक है जी। हुण इहदा मतलब की हो गया कि मैं यू सैट दे विचों आह वाला सैट माइनस करूँगी। यूनीअन का मतलब जो आप यूनीअन फाइंड करते होंगे सीगे, यूनीअन फाइंड करने का की मतलब हुंदा सीगा कि यू दे विचों जिहड़ा सैट गिवन सीगा उहनूं माइनस कर दिंदे हुंदे सीगे, और जो बच जांदा सी वो अपना की आंदा सी कॉम्पलीमेंट, ठीक है जी। हुण देखो मैं इस सैट का यूनीअन फाइंड करन लगी हाँ, तो इसदा मतलब की है कि मैं यू दे विचों इस सैट नूं माइनस करूँगी, ठीक है। हुण यू दे विच किहड़ा 1 2 3 4 5 आ, और इधर किहड़ा मेरे को आ रहा है 4 5। इट मीनस मैं यू सैट दे विचों 4 5 एलीमेंट्स नूं माइनस करता, मेरे को बच के किहड़ा गया फिर 1 2 3, यही बच जूगा ना। तो मेरे को बच किहड़ा गया आंसर ओके 1 2 3। और इनू तुसीं किद्दां लिख सकदे हो यू माइनस ए यूनीअन, ठीक है। तो कितना हो गया मेरे को 1 2 3, ठीक है जी। हुण आ देखो ए यूनीअन मेरा कितना सीगा 4 5, बट फिर मैं अगे ओहदा की कीता अगेन यूनीअन, आई चीज़ की आपां, ठीक है। ए यूनीअन दा अग्यों अगेन यूनीअन आ हो गया। बट हुण जो मैं इत्थे फाइंड करना इत्थों फिर नहीं तुसीं करना, क्यों? क्योंकि तुहानूं मैं दसदी हाँ कि आप बनिया कि अपने कोल, सो इत्थे इदां नहीं तुसीं लिखोगे। हुण देखो 1 2 3 मतलब मैं की कीता ए यूनीअन दा अग्यों सॉरी ए कॉम्पलीमेंट दा अग्यों कॉम्पलीमेंट किया, ठीक है। ए कॉम्पलीमेंट का आंसर से मेरा 4 5, अग्यों अगेन मैं वह कॉम्पलीमेंट किया, फिर मेरा आंसर कितना आ गया 1 2 3। हुण 1 2 3 सैट वापस जाओ एग्जाम्पल 1 च देखे लग रहा किते किहदे कोल आंदा सीगा सैट ए दे, तो ये की बन गया मेरा सैट ए। इट मीनस उन्हें कहना की चाहा कि मेरे कोल जदों मैं किसी भी सैट का 2 बार कॉम्पलीमेंट करदी हाँ, किसी भी सैट का मैं 2 बार कॉम्पलीमेंट करदी हाँ, मेरे को वापस उही सैट सेम मिल जाऊगा। लगी समझ? किसी भी सैट का मैं 2 बार कॉम्पलीमेंट किया, मेरे को वापस उही सेम सैट मिल जूगा सिंगल ए। हुण देखो मैं इस सैट का 2 ए सैट लिया से ना, ए सैट का 2 बार कॉम्पलीमेंट किया, मेरे को किहड़ा बच गया 1 2 3, और 1 2 3 किहड़ा सी मेरा ए सैट, ठीक आ। इट मीनस कहना कि चाहता है कि तुहाडा कॉम्पलीमेंट ना कॉम्पलीमेंट कैंसल हो जाना, तो मेरे तो बच के जाना सिंगल ए, ठीक है जी। हुण देखो अपने क्वेश्चन का आंसर देखो, अगर मैं बोलना कि 5 का कॉम्पलीमेंट फाइंड करो, फिर की आऊगा 5 का कॉम्पलीमेंट की हो सकता है? देखो यूनीवर्सल सैट मेरे को गिवन आ 1 2 3 4 5, ठीक है जी। हुण 5 की हुंदा खाली, अगर मैं यूनीवर्सल मतलब 1 2 3 4 5 दे विचों माइनस खाली कर देवां जां फिर माइनस 0 एलीमेंट कर देवां, मेरे को किहड़ा बच जाना? वापस यूनीअन ही बच जाना प्रॉपरली, ठीक है जी। 5 सैट का मतलब की हुंदा खाली एम्प्टी सैट, ठीक है जी। हुण मैं प्रॉपरली यूनीअन सैट दे विचों उस खाली सैट नूं माइनस कर देवां, बच की गया मेरे को यूनीअन सैट, तो इसदा आंसर की होगा मेरे को यू, ठीक है जी। 1 मार्क्स च क्वेश्चन पूछ सकते हैं। हुण नैक्सट आ गया कि मैं यू दा कॉम्पलीमेंट फाइंड करना है, सॉरी इन्हूं भी कॉम्पलीमेंट ही बोलते हैं, ठीक है। हुण मैं बोलिया कि मैं यू दा कॉम्पलीमेंट फाइंड करना है, तो इहनूं किद्दां फाइंड करोगे तुसीं? यू सैट गिवन आ, इट मीनस यूनीवर्सल गिवन आ, ठीक है। यूनीवर्सल चों तुसीं यू डैश नूं माइनस कर दो, तो बन की गया तुहाडे कोल? सोचो की बनिया बई? एम्प्टी सैट ही बनिया। मैं यूनीवर्सल सैट दे विचों ही यूनीवर्सल सैट नूं मैं माइनस कर दूँगी, बचना की है मेरे को? फिर खाली ही बचना, एम्प्टी 5 ही बचना,
ਸੈੱਟ ਸਮਝ ਲੱਗੀ। ਪਹਿਲਾ ਸੀਗਾ ਕਿ ਫਾਈ ਡੈਸ਼ ਕਿੱਦਾਂ ਫਾਈਂਡ ਹੁੰਦਾ ਹੈ। ਯੂਨੀਵਰਸਲ ਦੇ ਵਿੱਚੋਂ ਜਦੋਂ ਮੈਂ ਖਾਲੀ ਸੈੱਟ ਨੂੰ ਮਾਈਨਸ ਕਰੀ ਤਾਂ ਮੈਂ ਯੂਨੀਵਰਸਲ ਹੀ ਆ ਜਾਊਗਾ। ਠੀਕ ਹੈ, ਅਗੇਨ ਯੂ ਡੈਸ਼ ਕਿੱਦਾਂ ਫਾਈਂਡ ਹੋਣਾ, ਯੂਨੀਵਰਸਲ ਚੋਂ ਹੀ ਜਦੋਂ ਮੈਂ ਯੂਨੀਵਰਸਲ ਨੂੰ ਮਾਈਨਸ ਕਰਤਾ ਫਿਰ ਇਹ ਯੂ ਡੈਸ਼ ਆਉਣਾ, ਔਰ ਯੂਨੀਵਰਸਲ ਚੋਂ ਮੈਂ ਯੂਨੀਵਰਸਲ ਨੂੰ ਹੀ ਮਾਈਨਸ ਕਰਤਾ, ਮਤਲਬ 1 2 3 4 5 ਨੂੰ ਹੀ 1 2 3 4 5 ਦੇ ਵਿੱਚੋਂ ਮਾਈਨਸ ਕਰਤਾ, ਫਿਰ ਮੇਰੇ ਕੋਲ ਕਿਹੜਾ ਸੈੱਟ ਬਚ ਜਾਣਾ, ਖਾਲੀ। ਖਾਲੀ ਨੂੰ ਕੀ ਆਪਾਂ ਲਿਖ ਦਿੰਦੇ ਹਾਂ, ਫਾਈ, ਐਮਟੀ ਸੈੱਟ। ਠੀਕ ਹੈ ਜੀ। ਹੁਣ ਦੇਖੋ ਆਪਣਾ ਨੈਕਸਟ ਟੌਪਿਕ, ਯੂਨੀਅਨ ਆਫ ਟੂ ਸੈਟਸ ਔਰ ਇੰਟਰਸੈਕਸ਼ਨ ਆਫ ਟੂ ਸੈਟਸ। ਦੋਨੋਂ ਅਲੱਗ-ਅਲੱਗ ਸੈਟਸ ਹੁੰਦੇ ਆ। ਯੂਨੀਅਨ ਸੈੱਟ ਕੀ ਬੋਲਦਾ, ਕੰਬਾਈਨਿੰਗ ਦਾ ਐਲੀਮੈਂਟਸ ਆਫ ਟੂ ਔਰ ਮੋਰ ਸੈਟਸ, ਮਤਲਬ ਦੋ ਜਾਂ ਦੋ ਤੋਂ ਜ਼ਿਆਦਾ ਸੈੱਟ ਨੂੰ ਜਦੋਂ ਤੁਸੀਂ ਜੋੜਦੇ ਹੋ, ਕੰਬਾਈਨ ਕਰਦੇ ਹੋ, ਉਹਨੂੰ ਕੀ ਬੋਲਦੇ ਆ, ਯੂਨੀਅਨ ਆਫ ਸੈਟਸ। ਠੀਕ ਹੈ ਜੀ। ਔਰ ਯੂਨੀਅਨ ਸੈੱਟ ਨੂੰ ਡਿਨੋਟ ਕਿਹਦੇ ਨਾਲ ਕੀਤਾ ਜਾਂਦਾ ਆ, ਡਿਨੋਟਡ ਬਾਏ ਯੂ। ਠੀਕ ਹੈ, ਇਸ ਤਰ੍ਹਾਂ ਦੇ ਸਾਈਨ ਆ, ਮਤਲਬ ਯੂ ਵਰਗੇ ਸਾਈਨ ਨਾਲ। ਠੀਕ ਹੈ ਜੀ। ਔਰ ਇੰਟਰਸੈਕਸ਼ਨ ਕੀ ਬੋਲਦਾ ਹੈ, ਕਾਮਨ ਐਲੀਮੈਂਟ ਆਫ ਟੂ ਔਰ ਮੋਰ ਸੈੱਟ, ਮਤਲਬ ਕੀ ਹੈ ਕਿ ਤੁਹਾਡੇ ਕੋਲ ਦੋ ਸੈੱਟ ਜਾਂ ਫਿਰ ਦੋ ਤੋਂ ਜ਼ਿਆਦਾ ਸੈੱਟ ਗਿਵਨ ਹੋਏਗੇ, ਉਹਨਾਂ ਦੇ ਵਿੱਚੋਂ ਤੁਸੀਂ ਸਿਰਫ ਕਾਮਨ ਐਲੀਮੈਂਟ ਚੁੱਕਣੇ ਆ, ਮਤਲਬ ਸੇਮ ਐਲੀਮੈਂਟਸ ਨੂੰ ਪਿਕ ਕਰਨਾ ਆ। ਜਿੱਦਾਂ ਕੰਬਾਈਨਿੰਗ 'ਚ ਹੋ ਗਿਆ ਕਿ ਤੁਸੀਂ ਸਾਰੇ ਐਲੀਮੈਂਟਸ ਨੂੰ ਜੋੜ ਦੇਣਾ ਆ, ਇਹਦੇ ਵਿੱਚ ਕੀ ਆ ਕਿ ਤੁਸੀਂ ਸਿਰਫ ਜਿਹੜੇ ਸੇਮ ਐਲੀਮੈਂਟਸ ਆ ਉਹਨਾਂ ਨੂੰ ਹੀ ਪਿਕ ਕਰਨਾ ਆ, ਸਾਰਿਆਂ ਨੂੰ ਨਹੀਂ। ਔਰ ਇਹਨੂੰ ਕਿਹਦੇ ਨਾਲ ਡਿਨੋਟ ਕੀਤਾ ਜਾਂਦਾ ਆ, ਡਿਨੋਟਡ ਬਾਏ ਦਿਸ ਸਾਈਨ। ਯੂਨੀਅਨ ਨੂੰ ਯੂ ਦੇ ਨਾਲ ਔਰ ਇੰਟਰਸੈਕਸ਼ਨ ਨੂੰ ਉਲਟੀ ਯੂ ਦੇ ਨਾਲ। ਠੀਕ ਆ ਜੀ। ਹੁਣ ਆਪਾਂ ਐਗਜ਼ਾਮਪਲ ਦੇ ਤੌਰ 'ਤੇ ਇਹਨਾਂ ਨੂੰ ਸਮਝਦੇ ਹਾਂ। ਠੀਕ ਆ ਜੀ, ਐਗਜ਼ਾਮਪਲ ਲੈਂਦੇ ਹਾਂ। ਹੁਣ ਦੇਖੋ ਆਪਣੇ ਕੋਲ A ਸੈੱਟ ਗਿਵਨ ਆ, B ਸੈੱਟ ਗਿਵਨ ਆ, ਕਿਹੜੇ ਕਿਹੜੇ ਐਲੀਮੈਂਟ 1 2 3, B ਦੇ ਵਿੱਚ 4 5 3। ਠੀਕ ਹੈ ਜੀ। ਉਹਨਾਂ ਨੇ ਕੀ ਬੋਲਿਆ ਹੈ ਕਿ ਯੂਨੀਅਨ ਆਫ ਸੈੱਟ, ਮਤਲਬ ਮੈਂ A ਔਰ B ਦਾ ਯੂਨੀਅਨ ਫਾਈਂਡ ਕਰਨਾ। ਜਦੋਂ ਤੁਸੀਂ A ਔਰ B ਦਾ ਜਾਂ ਫਿਰ ਦੋ ਸੈੱਟਸ ਦਾ ਯੂਨੀਅਨ ਫਾਈਂਡ ਕਰਨਾ ਆ, ਦੈਨ ਉਹਨਾਂ ਦੇ ਵਿੱਚ ਤੁਸੀਂ ਕੀ ਲਿਖ ਦੇਣਾ, ਯੂ। ਠੀਕ ਹੈ ਜੀ। ਹੁਣ 1 2 3 A ਸੈੱਟ ਲਿਖਿਆ, ਯੂਨੀਅਨ ਦਾ ਸਾਈਨ ਪਾ ਕੇ ਮੈਂ ਕੀ ਲਿਖਤਾ, B ਸੈੱਟ। ਠੀਕ ਹੈ ਜੀ। ਔਰ ਇਹਦਾ ਮਤਲਬ ਕਿ ਅਸੀਂ ਕੰਬਾਈਨ ਕਰ ਦੇਣਾ ਸਾਰੇ ਐਲੀਮੈਂਟਸ ਨੂੰ, ਕੰਬਾਈਨ ਮਤਲਬ ਇਕੱਠੇ ਲਿਖ ਦੇਣਾ ਹੈ। ਅਤੇ ਯੂਨੀਅਨ B ਮੈਂ ਕਿੱਦਾਂ ਫਾਈਂਡ ਕਰੂੰਗੀ, ਔਰ ਦੋਨਾਂ ਸੈੱਟਸ ਨੂੰ ਜਦੋਂ ਮੈਂ ਮਿਲਾਉਂਗੀ, ਕੰਬਾਈਨ ਕਰੂੰਗੀ, ਮੇਰੇ ਤੋਂ ਇੱਕ ਸੈੱਟ ਬਣ ਜਾਊਗਾ ਪ੍ਰੋਪਰਲੀ। ਤਾਂ ਦੇਖੋ ਕੀ ਆਊਗਾ, ਹੁਣ ਇਹਦੇ ਵਿੱਚ 1 ਆ ਜਾਊਗਾ, 2 3 4 5। ਹੁਣ ਦੇਖੋ 3 ਇੱਧਰ ਵੀ ਸੀ, 3 ਦੂਸਰੇ ਸੈੱਟ 'ਚ ਵੀ ਸੀ। ਅਗਰ ਤੁਹਾਡੇ ਕੋਲ ਦੋ ਸੇਮ ਐਲੀਮੈਂਟ ਦੋਨੋਂ ਸੈੱਟਸ ਆਉਂਦੇ ਆ ਨਾ, ਤੁਸੀਂ ਸਿਰਫ ਇੱਕ ਨੂੰ ਹੀ ਪਿਕ ਕਰਨਾ ਆ। ਠੀਕ ਆ ਜੀ, ਦੋਨੋਂ ਨਹੀਂ ਲਿਖਣੇ ਹੈਗੇ। 3 3 ਆਏ ਸੀ, ਮੈਂ 2 ਟਾਈਮ ਨਹੀਂ 3 ਲਿਖਿਆ, ਮੈਂ 1 ਟਾਈਮ ਹੀ 3 ਲਿਖਣਾ ਹੈ। ਤਾਂ ਬਣ ਕੀ ਗਿਆ ਮੇਰੇ ਤੋਂ 1 2 3 4 5। ਠੀਕ ਹੈ ਜੀ, 1 2 3 4 5। ਨੈਕਸਟ ਆਓ ਇੰਟਰਸੈਕਸ਼ਨ ਦਾ ਕਿਵੇਂ ਆ। ਇੰਟਰਸੈਕਸ਼ਨ 'ਚ ਤੁਸੀਂ ਦੋ ਸੈੱਟਸ ਦੀ ਫਾਈਂਡ ਕਰਨੀ ਆ, ਉਹਨਾਂ ਦੇ ਵਿੱਚ ਤੁਸੀਂ ਕੀ ਲਿਖ ਦੋਗੇ, ਉਲਟਾ ਯੂ। ਠੀਕ ਹੈ ਜੀ। ਔਰ ਕੀ ਹੋ ਗਿਆ 1 2 3 4 ਉਲਟਾ ਯੂ, 4 5 6 7। ਇਹਨੂੰ ਉਲਟਾ ਯੂ ਨੂੰ ਕੀ ਬੋਲਦੇ ਆ, ਇੰਟਰਸੈਕਸ਼ਨ। ਠੀਕ ਹੈ ਜੀ। ਅਗੇਨ ਜਦੋਂ ਮੈਂ ਇਹਨਾਂ ਦੋਨਾਂ ਦੀ ਇੰਟਰਸੈਕਸ਼ਨ ਫਾਈਂਡ ਕਰਨੀ ਆ, ਦੋ ਸੈੱਟਸ ਦੀ, ਮੇਰੇ ਕੋਲ ਸੇਮ ਇੱਕ ਸੈੱਟ ਬਣ ਜਾਊਗਾ। ਫਿਰ ਹੁਣ ਉਹਦੇ ਵਿੱਚ ਕਿਹੜੇ ਐਲੀਮੈਂਟਸ ਆਉਣਗੇ। ਹੁਣ ਦੇਖੋ ਉਹਨੇ ਕੀ ਬੋਲਿਆ ਸੀਗਾ ਕਿ ਕਾਮਨ ਐਲੀਮੈਂਟ ਪਿਕ ਕਰਨਾ ਆ, ਦੋਨਾਂ ਦੇ ਵਿੱਚੋਂ ਜਿਹੜਾ ਕਾਮਨ ਹੋਊਗਾ। ਇੱਧਰ ਕਿੰਨਾ 1 2 3, ਇੱਧਰ ਤੋਂ ਕਿਤੇ 1 2 3 ਹੈ ਹੀ ਨਹੀਂ। ਫਿਰ ਕੀ ਆ ਰਿਹਾ, ਇੱਧਰ 4, ਇੱਧਰ ਆ ਰਿਹਾ 4 5 6 7, ਉਹ ਇੱਧਰ ਹੈ ਨਹੀਂ। ਮਤਲਬ ਦੋਨਾਂ ਦੇ ਵਿੱਚ ਕਾਮਨ ਕਿਹੜਾ ਆ, 4। ਠੀਕ ਆ। ਯੂਨੀਅਨ ਦੇ ਵਿੱਚ ਕੀ ਆ ਕਿ ਆਪਾਂ ਸਾਰੇ ਕੰਬਾਈਨ ਕਰਕੇ ਲਿਖ ਦੇਣੇ ਆ, ਬਟ ਜਿਹੜੇ ਡਬਲ ਟਾਈਮ ਆ ਉਹਨਾਂ ਨੂੰ ਡਬਲ ਟਾਈਮ ਨਹੀਂ, 1 ਟਾਈਮ ਹੀ ਲਿਖਣਾ ਆ। ਔਰ ਇੱਧਰ ਜਿੰਨੇ ਵੀ ਆ ਉਹਨਾਂ ਦੇ ਵਿੱਚ ਜਸਟ ਤੁਸੀਂ ਇਹ ਦੇਖਣਾ ਕਿ ਕਾਮਨ ਕਿਹੜੇ ਆ। ਠੀਕ ਹੈ ਜੀ। ਔਰ ਇੱਧਰ ਦੋਨੋਂ ਸਾਈਡਸ ਕੀ ਪਿਆ ਹੋਇਆ ਸੀਗਾ, 4 4, ਤਾਂ ਕਾਮਨ ਮੇਰਾ ਕਿਹੜਾ ਐਲੀਮੈਂਟ ਸੀ, 4। ਠੀਕ ਆ। ਹੁਣ ਦੇਖੋ ਆਪਾਂ ਇਹਨਾਂ ਨੂੰ ਇੱਕ ਡਾਇਗਰਾਮ ਦੇ ਥਰੂ ਸਮਝਦੇ ਹਾਂ। ਠੀਕ ਆ ਜੀ। ਇਹਨੂੰ ਬੋਲਦੇ ਆ ਵੈਨ ਡਾਇਗਰਾਮ। ਹੁਣ ਦੇਖੋ ਮੇਰੇ ਕੋਲ ਕੋਈ ਵੀ ਇੱਕ ਯੂਨੀਵਰਸਲ ਸੈੱਟ ਪਿਆ ਹੋਇਆ ਆ। ਠੀਕ ਹੈ ਜੀ। ਦੈਨ ਉਹਦੇ ਵਿੱਚ ਮੈਂ ਕੀ ਕਰਨਾ ਆ, ਯੂਨੀਅਨ ਦੇ ਐਲੀਮੈਂਟਸ ਜਾਂ ਫਿਰ ਯੂਨੀਅਨ ਦੇ ਸੈੱਟ ਨੂੰ ਲਿਖਣਾ ਹੈ। ਤਾਂ ਯੂਨੀਅਨ ਦਾ ਸੈੱਟ ਡਾਇਗਰਾਮ ਦੇ ਵਿੱਚ ਲਿਖਿਆ ਕਿਵੇਂ ਜਾਂਦਾ ਹੈ, ਦੇਖੋ ਮੇਰੇ ਕੋਲ ਕੋਈ ਵੀ ਦੋ ਸੈੱਟ ਆ, A ਸੈੱਟ ਲੈ ਲਿਆ, ਮੈਂ B ਸੈੱਟ ਲੈ ਲਿਆ। ਇਹਨੂੰ ਕੀ ਬੋਲਦੇ ਆ, A ਸੈੱਟ, ਦੂਸਰਾ ਕੀ ਹੋ ਗਿਆ, B ਸੈੱਟ। ਹੁਣ ਜਦੋਂ ਮੈਂ ਉਹਨਾਂ ਦਾ ਯੂਨੀਅਨ ਫਾਈਂਡ ਕਰਦੀ ਹਾਂ, A ਯੂਨੀਅਨ B, ਠੀਕ ਹੈ, ਇੱਦਾਂ ਹੀ ਲਿਖਦੀ ਹਾਂ। ਤਾਂ ਉਹਦੇ ਵਿੱਚ ਕਿਹੜੇ ਐਲੀਮੈਂਟ ਆਉਂਦੇ ਆ, A ਦੇ ਵੀ ਸਾਰੇ ਐਲੀਮੈਂਟ ਆ ਜਾਂਦੇ ਆ, B ਦੇ ਵੀ ਸਾਰੇ ਐਲੀਮੈਂਟ ਆ ਜਾਂਦੇ। ਇਟ ਮੀਨਸ ਮੇਰੇ ਕੋਲ ਦੋਨਾਂ ਦੇ ਵਿਚਲੇ ਸਾਰੇ ਐਲੀਮੈਂਟਸ ਆ ਜਾਂਦੇ ਆ। ਅਤੇ ਇਹਨੂੰ ਮੈਂ ਪੂਰੇ ਨੂੰ ਸ਼ੇਡ ਕਰ ਦਿੱਤਾ। ਸ਼ੇਡਡ ਰੀਜ਼ਨ ਕੀ ਬੋਲਦੇ ਆ, A ਯੂਨੀਅਨ B, ਮਤਲਬ ਕੀ ਆ ਕਿ A ਦੇ ਵੀ ਸਾਰੇ ਐਲੀਮੈਂਟ ਆ ਗਏ, ਕੰਬਾਈਨ ਕਰਕੇ B ਦੇ ਵੀ ਆ ਗਏ। ਠੀਕ ਹੈ ਜੀ। ਐਗਜ਼ਾਮਪਲ ਦੇਖੀ। ਹੁਣ ਆ ਜਾਓ ਇੰਟਰਸੈਕਸ਼ਨ, ਅਤੇ ਉਹਦੀ ਡਾਇਗਰਾਮ ਕਿੱਦਾਂ ਬੋਲਦੀ ਆ। ਅਗੇਨ ਮੇਰੇ ਕੋਲ A ਸੈੱਟ ਗਿਵਨ ਆ, B ਸੈੱਟ ਗਿਵਨ ਆ। ਠੀਕ ਹੈ ਜੀ। ਤਾਂ ਇਹਨੂੰ ਕਿੱਦਾਂ ਫਾਈਂਡ ਕਰੀਦਾ ਆ, A ਇੰਟਰਸੈਕਸ਼ਨ B। ਔਰ ਉਹਦੇ ਵਿੱਚ ਮੈਂ ਕੀ ਲਿਖਿਆ ਸੀਗਾ ਕਿ ਕਾਮਨ ਐਲੀਮੈਂਟ। ਠੀਕ ਹੈ ਜੀ। ਮਤਲਬ ਸਿਰਫ ਕਾਮਨ ਐਲੀਮੈਂਟਸ ਹੀ ਆਉਂਦੇ। A ਔਰ B ਦੇ ਵਿੱਚ ਕਾਮਨ ਐਲੀਮੈਂਟ ਕਿੱਥੇ ਆਊਗੇ, ਇੱਥੇ, ਬਿਕੋਜ਼ ਇਹ ਦੋਨੋਂ ਇੱਥੇ ਟਕਰਾਉਂਦੇ ਪਏ ਆ ਨਾ, ਆਪਸ ਇੱਥੇ ਜਾ ਕੇ ਮਿਲਦੇ ਪਏ ਆ।
किया कि ये अद्धे इधर ए दे एलीमेंट्स आ जुड़गे और इधरले बी दे एलीमेंट्स आ जाएंगे। इट मीनस की हो गया कि ਜਿਹੜੇ ए ਦੇ ਵਿੱਚ ਆ ਉਹੀ बी 'ਚ ਹੋਣਗੇ, ਜਿਹੜੇ बी 'ਚ ਆ ਉਹੀ ए 'ਚ ਹੋਣਗੇ। ਉਹ ਕੀ ਆ, ਉਹ ਸਿਰਫ ਇੱਥੇ ਪ੍ਰੈਜ਼ੈਂਟ ਕਰਨਗੇ। ਹੁਣ ਸਪੋਜ਼ ਕਰੋ 1 2 3 4 ਮਤਲਬ ਕੀ ਸੀ ਮੇਰਾ 1 2 3 ਇੱਥੇ 4 ਪਿਆ ਸੀ, ਠੀਕ ਆ। ਦੈਨ 4 5 6 7 ਇਹਦਾ ਮਤਲਬ ਕੀ ਆ ਕਿ ਮੇਰਾ 5 6 7 ਇੱਥੇ ਪਿਆ ਹੋਊਗਾ ਬਟ 4 ਇੱਥੇ ਪਿਆ ਸੀ। ਮਤਲਬ ਦੋਨਾਂ ਦਾ ਕਾਮਨ ਐਲੀਮੈਂਟ, ਦੋਨੋਂ ਸੈਟਸ ਦਾ ਕਾਮਨ ਐਲੀਮੈਂਟ ਉਹ ਆਹੀ ਹੋਊਗਾ। ਅਤੇ ਇਹਦੀ ਡਾਇਗਰਾਮ ਕਿਹੜੀ ਆ, ਆਹ ਵਾਲੀ। ਔਰ ਇਹਦਾ ਮਤਲਬ ਮੈਂ ਇਹਦੇ ਵਿੱਚ ਜਸਟ ਇਸ ਰੀਜ਼ਨ ਨੂੰ ਹੀ ਸੈਂਟਰ ਵਾਲੇ ਪੋਰਸ਼ਨ ਨੂੰ ਹੀ ਸ਼ੇਡਡ ਕਰੂੰਗੀ ਜਿੱਥੇ ਉਹ ਆਪਸ 'ਚ ਮਿਲਦੇ ਆ, ਮਤਲਬ ਜਿੱਥੇ ਉਹ ਕਾਮਨ ਐਲੀਮੈਂਟ ਦੇ ਰਹੇ ਆ, ਠੀਕ ਆ ਜੀ। ਨੈਕਸਟ ਆ ਗਿਆ ਆਪਣਾ ਡਿਸਜੁਆਇੰਟ ਸੈੱਟ। ਡਿਸਜੁਆਇੰਟ ਸੈੱਟ ਵਿੱਚ ਕੀ ਆ ਕਿ ਦੇਖੋ ਇਹਦੇ ਵਿੱਚ ਦੋ ਸੈੱਟ ਪਏ ਹੋਏ ਆ, ਸੈੱਟ ਏ ਔਰ ਸੈੱਟ ਬੀ। ਹੁਣ ਦੇਖੋ ਦੋਨੋਂ ਦੂਰ ਦੂਰ ਪਏ ਹੋਏ ਆ, ਠੀਕ ਹੈ ਜੀ, ਅਲੱਗ ਅਲੱਗ ਪਏ ਹੋਏ ਆ, ਦੂਰ ਦੂਰ ਪਏ ਹੋਏ ਆ। ਇਟ ਮੀਨਸ ਕੀ ਆ ਕਿ ਇਹਨਾਂ ਦੇ ਵਿੱਚ ਕੁਛ ਵੀ ਕਾਮਨ ਨਹੀਂ ਹੋਊਗਾ, ਠੀਕ ਆ, ਮਤਲਬ ਕੁਛ ਵੀ ਕਾਮਨ ਨਹੀਂ ਹੋਊਗਾ। ਸਪੋਜ਼ ਮੈਂ ਐਗਜ਼ਾਮਪਲ ਲੈ ਲਿਆ, ਸੈੱਟ ਏ ਲਿਆ 1 2 3, ਸੈੱਟ ਬੀ ਲੈ ਲਿਆ ਮੈਂ 4 5 6। ਇਹਦੇ ਵਿੱਚ ਲਿਖੋ 1 2 3, ਦੈਨ ਬੀ 'ਚ ਲਿਖ ਦਿਓ 4 5 6 ਲਿਖਤਾ। ਇਹਦਾ ਮਤਲਬ ਕੀ ਆ ਕਿ ਇਹਨਾਂ ਦੇ ਵਿੱਚੋਂ ਹੁਣ ਕੋਈ ਵੀ ਕਾਮਨ ਸੈੱਟ ਨਹੀਂ ਹੈਗਾ। ਕਾਮਨ ਕਿੱਦਾਂ ਲਿਖਦਾ ਹੁੰਦਾ ਸੀਗਾ, ਏ ਇੰਟਰਸੈਕਸ਼ਨ ਬੀ, ਕਾਮਨ ਦਾ ਇਹੀ ਸਾਈਨ ਹੁੰਦਾ ਸੀਗਾ। ਹੁਣ ਇਹਨਾਂ ਦੇ ਵਿੱਚੋਂ ਕੋਈ ਵੀ ਕਾਮਨ ਨਹੀਂ ਆ, ਕੋਈ ਐਲੀਮੈਂਟ ਕਾਮਨ ਨਹੀਂ ਆਉਂਦਾ। ਇਹਦਾ ਮਤਲਬ ਕੋਈ ਐਲੀਮੈਂਟ ਕਾਮਨ ਨਹੀਂ ਆਉਂਦਾ ਤਾਂ ਆਹ ਵਾਲਾ ਫਿਰ ਮੇਰਾ ਸੈੱਟ ਕਿਹੜਾ ਹੋ ਜਾਊਗਾ, ਖਾਲੀ ਸੈੱਟ। ਤਾਂ ਉਹਨੂੰ ਮੈਂ ਕੀ ਲਿਖ ਦੂੰਗੀ, ਐਮਟੀ ਸੈੱਟ। ਡਿਸਜੁਆਇੰਟ ਦਾ ਮਤਲਬ ਕਿਹੜਾ ਕਿ ਜਿਹੜੇ ਦੋਨੋਂ ਸੈੱਟ ਜੁਆਇੰਟ ਨਾ ਕਰਨ, ਇਕੱਠੇ ਨਾ ਹੋਣ, ਦੂਰ ਦੂਰ ਪਏ ਹੋਣ, ਠੀਕ ਹੈ ਜੀ। ਉਹਨਾਂ ਦੇ ਵਿੱਚ ਕੋਈ ਵੀ ਐਲੀਮੈਂਟ ਕਾਮਨ ਨਾ ਹੋਵੇ, ਸੇਮ ਨਾ ਹੋਵੇ, ਦੈਨ ਉਹ ਕਿਹੜਾ ਹੁੰਦਾ ਫਿਰ ਫਾਈ। ਡਿਸਜੁਆਇੰਟ ਸੈੱਟ ਕਿਹਦੇ ਇਕੁਅਲ ਹੁੰਦਾ ਹੈ, ਏ ਇੰਟਰਸੈਕਸ਼ਨ ਬੀ ਇਜ਼ ਇਕੁਅਲ ਟੂ ਫਾਈ, ਮਤਲਬ ਖਾਲੀ ਸੈੱਟ, ਠੀਕ ਆ। ਨੈਕਸਟ ਆ ਗਿਆ ਮੇਰੇ ਕੋਲ ਡਿਫਰੈਂਸ ਆਫ ਟੂ ਸੈਟਸ। ਡਿਫਰੈਂਸ ਆਫ ਟੂ ਸੈਟਸ ਕੀ ਬੋਲਦਾ ਹੈ, ਇਹਦੇ ਵਿੱਚ ਕੀ ਆਉਂਦੇ ਆ, ਏ ਮਾਈਨਸ ਬੀ, ਠੀਕ ਹੈ ਜੀ, ਔਰ ਦੂਸਰਾ ਕਿਹੜਾ ਹੁੰਦਾ ਮੇਰੇ ਕੋਲ ਬੀ ਮਾਈਨਸ ਏ, ਠੀਕ ਆ। ਇਹਦੇ ਵਿੱਚ ਦੋ ਸੈੱਟ ਆਉਂਦੇ ਕਿੱਦਾਂ ਦੇ, ਇੱਕ ਏ ਮਾਈਨਸ ਬੀ ਆਉਂਦਾ, ਦੂਸਰਾ ਬੀ ਮਾਈਨਸ ਏ ਆਉਂਦਾ। ਹੁਣ ਏ ਮਾਈਨਸ ਬੀ ਕੀ ਬੋਲਦਾ ਹੈ, ਉਹ ਦੇਖੋ ਏ ਮਾਈਨਸ ਬੀ ਕਹਿਣਾ ਕੀ ਚਾਹੁੰਦਾ ਆ, ਉਹ ਬੋਲਦਾ ਆ ਐਲੀਮੈਂਟ of set A which are not in B। A माइनस बी ने की किया कि एलीमेंट ऑफ सैट A विच आर नॉट इन B, मतलब कि A एलीमेंट दे विच जिन्ने भी एलीमेंट्स आ सारे B दे विच नहीं होने चाहिए, ठीक है। हुण B माइनस A की होगा, वाइस वर्सा, ठीक है जी। अपना बी माइनस ए की बोलूगा एलीमेंट ऑफ सैट बी विच आर नॉट इन ए, की बोलता उन्हें भी कि जोड़े बी दे एलीमेंट्स आ वो ए दे विच नहीं होने चाहिए, ठीक है जी। हुण आपां एग्जाम्पल के थ्रू समझते हाँ। हुण देखो अपने को ए सैट पिया 1 2 3 4 5, बी सैट पिया 4 5 6 7 8 9 10, ठीक है जी। दोनों देख लीए, ए सैट भी हिंदी का टीचर आ, बी सैट भी हिंदी का टीचर है, मान लो, ठीक है जी। ए सैट हिंदी का टीचर है, उसका नाम की है सीता। बी टीचर सैट भी टीचर हिंदी का, उसका नाम की है गीता, ठीक है जी। ਇਹਦਾ मतलब ਕੀ ਹੋਇਆ ਕਿ ਦੋਨੋਂ ਟੀਚਰਸ ਸਾਨੂੰ ਹਿੰਦੀ ਪੜ੍ਹਾਉਂਦੇ ਆ। ਏ ਸੈੱਟ ਨੂੰ ਵੀ ਪੜ੍ਹਾਉਂਦੇ ਆ ਹਿੰਦੀ, ਜਿਹੜੇ ਏ ਸੈੱਟ ਦੇ ਸਾਰੇ ਸਟੂਡੈਂਟਸ ਆ ਉਹ ਕਿਹਦੇ ਤੋਂ ਪੜ੍ਹਦੇ ਆ, ਸੀਤਾ ਮੈਮ ਕੋਲ। ਜਿਹੜੇ ਬੀ ਸੈੱਟ ਵਾਲੇ ਉਹ ਕਿਹਦੇ ਤੋਂ ਪੜ੍ਹਦੇ ਆ, ਗੀਤਾ ਮੈਮ ਕੋਲ। ਹੁਣ ਦੇਖੋ ਇਹਨਾਂ ਦੋਨਾਂ ਦੇ ਵਿੱਚੋਂ ਕੁਝ ਕਾਮਨ ਹੈ, ਦੋਨੋਂ ਸੈੱਟ ਦੇ ਵਿੱਚੋਂ ਇੱਧਰ ਵੀ 4 5 ਪਿਆ ਆ, ਇੱਧਰ ਵੀ 4 5 ਪਿਆ ਆ, मतलब ए सैट ਦੇ ਵਿੱਚ ਵੀ 4 5 ਆ, ਦੈਨ ਬੀ ਸੈਟ ਦੇ ਜਿੰਨੇ ਸਟੂਡੈਂਟਸ ਆ ਉਹਨਾਂ 'ਚ ਵੀ ਇਹ 4 5 ਆਉਂਦਾ ਆ। ਇਹਦਾ ਮਤਲਬ ਕੀ ਹੋ ਗਿਆ ਕਿ ਵੀ 4 ਆ ਜਿਹੜਾ 1 2 3 ਆ, ਜਿਹੜਾ 1 2 3 ਆ ਨਾ ਸਟੂਡੈਂਟ, ਉਹ ਕਿੱਥੋਂ ਪੜ੍ਹਦੇ ਆ, ਸਿਰਫ ਸੀਤਾ ਮੈਮ ਕੋਲ ਹੀ ਹਿੰਦੀ ਪੜ੍ਹਦੇ ਆ, ਠੀਕ ਆ। ਔਰ ਜਿਹੜੇ 6 7 8 9 10 ਆ ਉਹ ਕਿੱਥੋਂ ਪੜ੍ਹਦੇ ਆ, ਸਿਰਫ ਗੀਤਾ ਮੈਮ ਤੋਂ, ਸਿਰਫ ਲੱਗਦਾ ਨਾ ਓਨਲੀ ਗੀਤਾ ਮੈਮ ਤੋਂ। ਜਿਹੜੇ 4 5 ਆ ਸਟੂਡੈਂਟ, ਉਹ ਦੋਨੋਂ ਸਟੂਡੈਂਟ ਕਦੇ ਤੋਂ ਸੀਤਾ ਮੈਮ ਤੋਂ ਵੀ ਪੜ੍ਹਨ ਚੱਲ ਜਾਂਦੇ ਆ, ਕਦੇ ਉਹ ਗੀਤਾ ਮੈਮ ਤੋਂ ਪੜ੍ਹਨ ਚੱਲ ਜਾਂਦੇ ਆ। ਉਹਨਾਂ ਨੂੰ ਇਹ ਲੱਗਦਾ ਕਿ ਹਿੰਦੀ ਦੇ ਟੀਚਰ ਆ ਦੋਨੋਂ, ਕਦੇ ਉਹ ਸੀਤਾ ਮੈਮ ਦੀ ਕਲਾਸ ਲਾਉਣ ਚੱਲ ਜਾਂਦੇ ਆ, ਕਦੇ ਉਹ ਗੀਤਾ ਮੈਮ ਦੀ ਕਲਾਸ ਲਾਉਣ ਚੱਲ ਜਾਂਦੇ। ਇਟ ਮੀਨਸ ਕੀ ਆ ਕਿ ਦੋਨੋਂ ਸਾਈਡ ਤੋਂ ਮਜ਼ੇ ਲੁੱਟਦੇ ਆ, ਹਾਂਜੀ ਉੱਧਰਲੇ ਟੀਚਰ ਦਾ ਵੀ ਪੜ੍ਹ ਲਿਆ ਦੇਖ ਕੇ, ਸੇਮ ਦੂਸਰੇ ਟੀਚਰ ਤੋਂ ਵੀ ਜਾ ਕੇ ਫ਼ਾਇਦਾ ਲੈ ਲਓ, ਠੀਕ ਹੈ ਜੀ। ਹੁਣ ਦੇਖੋ ਇਹਨਾਂ ਦੇ ਵਿੱਚੋਂ ਕਾਮਨ ਐਲੀਮੈਂਟ ਕਿਹੜੇ ਆ, ਕਾਮਨ ਮੇਰੇ ਕਿਹੜੇ ਐਲੀਮੈਂਟ ਆ ਰਹੇ ਆ, ਕਾਮਨ ਕਿਹੜੇ ਆ ਰਹੇ ਆ 4 5 4 5। ਉਹ 4 5 ਕਿਹੜੇ ਆ, ਜਿਹੜੇ ਦੋ ਸਟੂਡੈਂਟ ਆ ਜਿਹੜੇ ਦੋਨੋਂ ਸਾਈਡ ਮਜ਼ੇ ਲੈਂਦੇ ਆ, ਸੀਤਾ ਮੈਡਮ ਤੋਂ ਵੀ ਜਾ ਕੇ ਹਿੰਦੀ ਦੀ ਕਲਾਸ ਲਾਉਂਦੇ ਆ, ਗੀਤਾ ਮੈਡਮ ਤੋਂ ਵੀ ਜਾ ਕੇ ਹਿੰਦੀ ਦੀ ਕਲਾਸ ਲਾਉਂਦੇ ਆ, ਠੀਕ ਹੈ ਜੀ। ਹੁਣ ਮੈਂ ਦੇਖਣਾ ਕਿ ਸੈੱਟ ਏ ਮੈਨੂੰ ਚਾਹੀਦਾ ਹੈ, ਸੈੱਟ ਏ ਦੇ ਵਿੱਚ ਮੈਂ ਸਿਰਫ ਉਹੀ ਬੱਚੇ ਰੱਖਣੇ ਆ ਜਿਹੜੇ ਸਿਰਫ ਤੋਂ ਸਿਰਫ ਕਿਹਦੇ ਕੋਲ ਪੜ੍ਹਦੇ ਆ, ਸੀਤਾ ਮੈਮ ਤੋਂ। ਔਰ ਸੀਤਾ ਮੈਮ ਤੋਂ ਕਿਹੜਾ ਪੜ੍ਹਦੇ ਆ ਬੱਚੇ 1 2 3।
मैं आ 4 5 क्यों नहीं लऊँगी सैट ए का, क्योंकि वो गीता मैम के कोल भी पढ़ते हैं। ठीक है, मैनू किहड़े चाहिए जिहड़े सीता मैम को सिर्फ और सिर्फ सीता मैम तो पढ़न, वो किहड़े आ फिर 1 2 3। तो मैं इनू भी किद्दां लिखूँगी ए माइनस बी। ठीक है, ए माइनस बी करन लगी हाँ। हुण ए माइनस बी करन लगी हाँ, मतलब 1 2 3 4 5 आ और 4 5 6 7 8 आ। हुण ए सैट दे विचों मैं बी वाला माइनस करना आ, तो माइनस 1 2 3 तो हो नहीं सकते क्योंकि इधर नहीं पाए। 4 5 दोनों एलीमेंट इधरों माइनस हो सकते हैं, तो मेरे को बच किहड़ा गया 1 2 3। ठीक है जी। हुण अगर मैं बोलदा कि बी माइनस ए फाइंड करो, इट मीनस कि बी ਦੇ ਸਾਰੇ ਐਲੀਮੈਂਟਸ ਨੂੰ ਏ ਦੇ ਐਲੀਮੈਂਟਸ ਚੋਂ ਮਾਈਨਸ ਕਰੋ। ਹੁਣ ਬੀ ਦੇ ਵਿੱਚ ਕੀ ਆ 4 5 6 7 8 9 10, ਉਹਨਾਂ ਦੇ ਵਿੱਚੋਂ ਮੈਂ ए ਆਹ ਵਾਲੇ ਮਾਈਨਸ ए ਚੋਂ ਮਾਈਨਸ ਕਰਾਂ ਤਾਂ ਦੋਨਾਂ 'ਚ ਕਾਮਨ ਕੀ ਆ 4 5 5 4 5 और 4 5। तो मतलब मेरे बी एलीमेंट ਦੇ ਵਿੱਚੋਂ मैं सिर्फ 4 5 ਨੂੰ ਹੀ ए ਦੇ ਵਿੱਚੋਂ ਮਾਈਨਸ ਕਰੂੰਗੀ, 1 2 3 ਨੂੰ ਤਾਂ ਕਰ ਹੀ ਨਹੀਂ ਸਕਦੀ ਕਿਉਂਕਿ ਹੈ ਹੀ ਨਹੀਂ ਆ। ਠੀਕ ਹੈ ਜੀ। तो मेरे को बच ਕਿਹੜੇ ਜਾਣਗੇ 6 7 8 9 10 6 7 8 9 10। तो ਜਾਂ तो देखो इन्होंने एक तो याद रखा, दूसरा की बोल सकते हो ए माइनस बी की कहता है कि सिर्फ दे सिर्फ ਉਹੀ एलीमेंट आन ਜਿਹੜੇ सीता मैम तो पढ़ते आ। ठीक है, वो नहीं आने चाहिए कि ਜਿਹੜੇ ਦੋਨੋਂ सीता मैम तो भी पढ़ी जान तो गीता मैम तो भी पढ़ी जान। नो, मैनू ए माइनस बी सिर्फ ਉਹੀ चाहिए ਆ ਜਿਹੜੇ सिर्फ तो सिर्फ सीता मैम की क्लास अटेंड करते हैं। वो किहड़े आ 1 2 3 ਜਿਹੜੇ गीता मैम तो नहीं जाते, सिर्फ सीता मैम तो पढ़ते हैं। बी माइनस ए का मतलब की हो गया ਜਿਹੜੇ सिर्फ गीता मैम तो पढ़ते हैं बट सीता मैम की क्लास कोई अटेंड नहीं करते। 6 7 8 9 10 इदा के बच्चे हैं ना ਜਿਹੜੇ सिर्फ तो सिर्फ गीता मैम तो पढ़ते आ। 4 5 तो दोनों पासे लटकी जाते हैं, इसलिए आप इन्हों कड्ढे देना, ना ए माइनस बी जाना इन्होंने, ना बी माइनस ए जाना। ठीक है, हुण आप इनू भी डायग्राम के थ्रू समझते हैं। देखो मेरे को 2 सैट पाए हुए हैं, ए सैट बी सैट। ठीक है, कोई भी एक बड़ा यूनीवर्सल सैट से वो अंदर 2 सैट पाए हुए हैं, ए सैट और बी सैट। ए माइनस बी का मतलब की हो गया कि मैंने सिर्फ तो सिर्फ ए एलीमेंट के ए सैट के एलीमेंट चाहिए, तो किहड़े हो जाणगे आही आएंगे, सिर्फ इधरली साइड वाले ही आएंगे, ना तो आएंगे ना तो आएंगे। आ हो गए बी सैट वाले ਜਿਹੜੇ ਮੈਨੂੰ ਇੱਥੇ ਚਾਹੀਦੇ ਨਹੀਂ ਆ ਹੋ ਗਏ ਉਹ ਵਾਲੇ ਜਿਹੜੇ ए तो भी पढ़ी जाते और बी तो भी पढ़ी जाते हैं, वो भी नहीं चाहिए। तो मैंने ए माइनस बी सिर्फ मेरा आ वाले ही आऊगे जिहदे विच सिर्फ मैंने ए के एलीमेंट चाहिए आ। हुण बी माइनस ए दे विच आ जाओ, अगेन 2 पए हुए आ ए सैट और बी सैट। तो ये बी माइनस ए की कहता है कि मैंने सिर्फ दे सिर्फ वो बच्चे चाहिए आ ਜਿਹੜੇ बी सैट तो ही पढ़ते हों। इट मीनस ये शेडड हो जाऊगा दिस, ना तो आ रीजन शेडड होगा ना ही आ। ठीक है, बी माइनस ए किहड़ा हो जाऊगा ਜਿਹੜੇ सिर्फ तो सिर्फ गीता मैम तो पढ़ते हैं, तो वो सिर्फ आ वाले पढ़ते हैं। आह आ ਜਿਹੜੇ वो दोनों पासे लटकी जाते हैं, सीता मैम तो भी गीता मैम तो भी, दैन आ वाले आ सीता मैम तो भी, बट आपां नूं किहड़े चाहिए जस्ट गीता मैम वाले। ठीक है, लगी समझ हुण डिफरेंस का मतलब की होंदा है कि माइनस करना तो की हो जाएगा ए माइनस बी माइनस ए। ठीक है, तो देख लियो, ध्यान रखियो किहदे किहदे कोल आना। नैक्सट आंदियां अपनियां एग्जाम्पल्स बुक वालियां। ठीक है जी, आ तुसीं सारियां डेफिनेशनस दियां एग्जाम्पल्स फॉलो कर लियां। आई होप डेफिनेशनस सारियां नूं प्रॉपरली समझ लग गईयां होणगियां। ठीक है जी, तुसीं सारियां डेफिनेशनस नूं एक बारी दोबारा चैकआउट कर लेना है, ध्यान नाल समझ लेना है। ठीक है, हुण आपां जांदे हां बुक वालियां एग्जाम्पल्स ते।